ਡਾਕਟਰ ਸਾਹਿਬ ਕੀ ਲੱਗਦਾ ਮਮਤਾ ਬੈਨਰਜੀ ਦੀ ਜਿਹੜੀ ਜਿੱਤ ਹੈ ਇਹਦੀ ਹਰ ਪਾਸੇ ਚਰਚਾ ਹੈ। ਕੁਐਸਚਨ ਜਿਹਨ ਲਾਏ ਨੇ ਕੁਝ ਏਜੰਡਿਆਂ ਤੇ, ਤੁਹਾਡੇ ਮੁਤਾਬਕ ਕਿਹੜੇ ਏਜੰਡੇ ਨੇ ਉਹ ਜਿਨ੍ਹਾਂ ਤੇ ਰੋਕ ਲੱਗੀ ਹੈ? ਉਹ ਇੱਕ ਗੱਲ ਬਹੁਤ ਵੱਡੀ ਇਵੈਂਟ ਹੈ। ਜਿਸ ਤਰੀਕੇ ਦੇ ਨਾਲ ਮੋਦੀ ਹਿੰਦੂਤਵ ਦਾ ਆਰਐਸਐਸ ਦਾ ਏਜੰਡਾ ਲੈ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਛਾ ਰਿਹਾ ਸੀ ਔਰ ਉਸ ਦੀ ਬਹੁਤ ਭਾਰੀ ਹਾਰ ਹੋਈ। ਜਿੰਨੇ ਸਾਧਨ ਉਸਨੇ ਵੈਸਟ ਬੰਗਾਲ 'ਚ ਝੋਕੇ ਸੀਗੇ ਔਰ ਜਿੰਨਾ 38 ਰੈਲੀਆਂ ਕੀਤੀਆਂ, 38 ਰੈਲੀਆਂ ਮੋਦੀ ਨੇ ਕੀਤੀਆਂ, 38 ਰੈਲੀਆਂ ਕੀਤੀਆਂ ਹੋਮ ਮਿਨਿਸਟਰ ਸ਼ਾਹ ਨੇ। ਇਸ ਤੋਂ ਇਲਾਵਾ ਬੀਜੇਪੀ ਦੇ ਪ੍ਰੈਜ਼ੀਡੈਂਟ ਨੇ ਸੈਂਟਰ ਦੇ ਸਾਰੇ ਆਪਣੀ ਤਾਕਤ ਝੋਕ ਦਿੱਤੀ ਸੀ ਮਮਤਾ ਬੈਨਰਜੀ ਨੂੰ, TMC ਨੂੰ ਹਰਾਉਣ ਲਈ। ਲੋਕਾਂ ਨੇ, ਵੈਸਟ ਬੰਗਾਲ ਦੇ ਲੋਕਾਂ ਨੇ ਇਹ ਦਿਖਾ ਦਿੱਤਾ ਵੀ ਸਾਡੇ ਲਈ ਮੋਦੀ ਦੀ ਕੋਈ ਇੰਪੋਰਟੈਂਸ ਨਹੀਂ, ਮੋਦੀ ਦੀ ਕੋਈ ਸਿਗਨੀਫੀਕੈਂਸ ਨਹੀਂ, ਕਿਉਂਕਿ ਉਸ ਦਾ ਜਿਹੜਾ ਏਜੰਡਾ ਹੈ ਉਹ ਮੈਜੋਰੀਟੇਰੀਅਨਿਜ਼ਮ ਦਾ, ਹਿੰਦੂਤਵ ਦਾ ਏਜੰਡਾ, ਜਿਸ ਦੇ ਨਾਲ ਜਿਹੜਾ ਪ੍ਰੋਗਰੈਸ ਆ ਉਹ ਪੋਸੀਬਲ ਹੋ ਹੀ ਨਹੀਂ ਸਕਦਾ। ਬੀਜੇਪੀ ਨੇ ਫਿਰ ਵੀ 3 ਤੋਂ 100 ਦੇ ਨੇੜੇ ਆਪਣੀਆਂ ਸੀਟਾਂ ਕਰ ਲੀਆਂ ਨੇ। ਇਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਬੀਜੇਪੀ ਦਾ ਜਿਹੜਾ ਇਹ ਏਜੰਡੇ ਨੂੰ ਵੋਟਾਂ ਮਿਲੀਆਂ ਨੇ, ਜਾਂ ਫਿਰ ਉੱਤੇ ਕੋਈ ਮਮਤਾ ਦਾ ਵੀ ਵਿਰੋਧ ਸੀਗਾ। ਉਹ ਬੀਜੇਪੀ ਐਸੇ ਤਰੀਕੇ ਇਹ ਵੀ ਹੈ ਕਿ 3-4% ਵੋਟ ਬੈਂਕ ਮਮਤਾ ਦਾ ਵਧਿਆ। ਜਿਸ ਦੀ ਘਟੀ ਆ, ਮਮਤਾ ਦੀ ਪਰਸੈਂਟੇਜ ਵਧੀ ਆ, ਤਾਂ ਉਹਨਾਂ ਦੀ ਕੋਈ ਅਚੀਵਮੈਂਟ ਨਹੀਂ। ਇੱਕ ਪਾਸੇ ਦੂਸਰੇ ਪਾਸੇ ਵੋਟ ਬੈਲੈਂਸ ਹੁੰਦਾ ਹੈਗਾ ਜਿਹੜਾ ਉਸ ਨੂੰ ਇਸ ਤਰੀਕੇ ਦੇ ਨਾਲ ਥੋੜ੍ਹਾ ਬਹੁਤਾ ਬੀਜੇਪੀ ਨੂੰ ਪੈ ਗਿਆ ਔਰ ਉਹਦੇ ਵਿੱਚ ਵੀ 30-40 ਸੀਟਾਂ ਤੇ ਨੈਕ ਟੂ ਨੈਕ ਰੇਸ। ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਬਿਲਕੁਲ ਹਾਸੀਏ 'ਤੇ ਧੱਕੀ ਗਈ, ਕਾਮਰੇਡਾਂ ਦੀ ਸੋਚ ਵੀ ਇੰਨਾ ਕੰਮ ਨਹੀਂ ਕਰ ਪਾਈ। ਕੀ ਲੱਗਦਾ ਕਿ ਹੁਣ ਜਿਹੜਾ ਬੀਜੇਪੀ ਦਾ ਵਿਰੋਧ ਖੇਤਰੀ ਪਾਰਟੀਆਂ ਕਰਨਗੀਆਂ? ਦੇਖੋ, ਮੈਂ ਤੁਹਾਨੂੰ ਇੱਕ ਗੱਲ ਇਹਦੇ 'ਚ ਜੋ ਮੈਂ ਸਮਝਿਆ, ਕਾਂਗਰਸ ਦੀ ਇੱਕ ਸਟ੍ਰੈਟਜੀ ਹੈ ਜਿਹੜੀ ਉਹ ਦੱਸ ਨਹੀਂ ਰਹੀ। ਜਿਹੜਾ ਰਾਹੁਲ ਗਾਂਧੀ ਆ ਜਾਂ ਪ੍ਰਿਯੰਕਾ ਗਾਂਧੀ ਆ, ਉਹ ਸਿਰਫ ਰਾਹੁਲ ਗਾਂਧੀ ਨੇ 2 ਰੈਲੀਆਂ ਐਡਰੈਸ ਕੀਤੀਆਂ। ਉਸ ਤੋਂ ਬਾਅਦ ਉਹਨੇ ਵਾਲੰਟੀਅਰਲੀ ਕਹਿਤਾ, ਲਿਆ ਤਾਂ ਕੋਵਿਡ ਦਾ ਨਾਮ ਆ ਵੀ ਮੈਂ ਹੁਣ ਕੋਈ ਰੈਲੀ। ਉਹ ਜਾਣ ਬੁੱਝ ਕੇ ਉਹਨਾਂ ਨੇ ਸਟ੍ਰੈਟਜੀ ਦੇ ਤੌਰ ਦੇ ਉੱਤੇ ਆਪਣਾ ਜਿਹੜਾ ਵੋਟ ਜਿਹੜਾ ਸੀਗਾ ਵੋਟ ਬੈਂਕ ਉਹ ਟ੍ਰਾਂਸਫਰ ਕੀਤਾ ਇਨਡਾਇਰੈਕਟਲੀ ਟੂ ਮਮਤਾ ਬੈਨਰਜੀ। ਇਹ ਇੱਕ ਬੜੀ ਸਟ੍ਰੈਟਜੀ ਹੈ। ਪੱਛਮੀ ਬੰਗਾਲ ਵਿੱਚ ਜਿਸ ਤਰ੍ਹਾਂ ਮਮਤਾ ਬੈਨਰਜੀ ਨੇ ਆਪਣਾ ਛਿੱਕਾ ਅਜ਼ਮਾਇਆ, ਉਸ ਤੋਂ ਇੱਕ ਚਰਚਾ ਇਹ ਸ਼ੁਰੂ ਹੋ ਗਈ ਹੈ ਕਿ ਕੀ ਭਾਰਤ ਵਿੱਚ ਭਗਵੇਂ ਕਰਨ ਦੀ ਜਿਹੜੀ ਲਹਿਰ ਚੱਲੀ ਸੀ ਉਹ 'ਤੇ ਇੱਕ ਰੋਕ ਲੱਗ ਗਈ ਹੈ। ਇੱਕ ਵੱਡਾ ਕੁਐਸਚਨ ਚਿੰਨ੍ਹ ਲੱਗ ਹੀ ਗਿਆ, ਕਿਉਂਕਿ ਜਿੰਨੀ ਤਾਕਤ ਬੀਜੇਪੀ ਨੇ ਪੱਛਮੀ ਬੰਗਾਲ ਵਿੱਚ ਝੋਕੀ ਸੀ, ਉਨੀ ਤਾਕਤ ਸ਼ਾਇਦ ਲੋਕ ਸਭਾ ਚੋਣਾਂ ਵਿੱਚ ਵੀ ਨਾ ਝੋਕੀ ਹੋਵੇ। ਸਾਰੇ ਕਾਸਤੇ ਗੱਲ ਕਰਾਂਗੇ ਇਤਿਹਾਸਕਾਰ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਨਾਲ, ਜੋ ਸਿਆਸੀ ਵਿਸ਼ਲੇਸ਼ਕ ਵੀ ਨੇ। ਇਹਨਾਂ ਤੋਂ ਪੁੱਛਦੇ ਹਾਂ ਕਿ ਕੀ ਭਗਵੇਂ ਕਰਨ ਦੇ ਏਜੰਡੇ 'ਤੇ ਹੁਣ ਰੋਕ ਲੱਗ ਜਾਏਗੀ ਜਾਂ ਫਿਰ ਕੋਈ ਨਵੇਂ ਰੂਪ ਦੇ ਵਿੱਚ ਭਗਵਾਂਕਰਨ ਉੱਭਰ ਕੇ ਸਾਹਮਣੇ ਆਏਗਾ। ਡਾਕਟਰ ਸਾਹਿਬ ਕੀ ਲੱਗਦਾ ਮਮਤਾ ਬੈਨਰਜੀ ਦੀ ਜਿਹੜੀ ਜਿੱਤ ਹੈ ਇਹਦੀ ਹਰ ਪਾਸੇ ਚਰਚਾ ਹੈ। ਕੁਐਸਚਨ ਜਿਹਨ ਲਾਏ ਨੇ ਕੁਝ ਏਜੰਡਿਆਂ ਤੇ, ਤੁਹਾਡੇ ਮੁਤਾਬਕ ਕਿਹੜੇ ਏਜੰਡੇ ਨੇ ਉਹ ਜਿਨ੍ਹਾਂ ਤੇ ਰੋਕ ਲੱਗੀ ਹੈ? ਦੇਖੋ, ਇਹ ਗੱਲ ਬਹੁਤ ਵੱਡੀ ਇਵੈਂਟ ਆ। ਜਿਸ ਤਰੀਕੇ ਦੇ ਨਾਲ ਮੋਦੀ ਹਿੰਦੂਤਵ ਦਾ ਆਰਐਸਐਸ ਦਾ ਏਜੰਡਾ ਲੈ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਛਾ ਰਿਹਾ ਸੀ ਔਰ ਉਸ ਦੀ ਬਹੁਤ ਭਾਰੀ ਹਾਰ ਹੋਈ ਆ। ਜਿੰਨੇ ਸਾਧਨ ਉਸਨੇ ਵੈਸਟ ਬੰਗਾਲ 'ਚ ਝੋਕੇ ਸੀਗੇ ਔਰ ਜਿੰਨਾ 38 ਰੈਲੀਆਂ ਕੀਤੀਆਂ, 38 ਰੈਲੀਆਂ ਮੋਦੀ ਨੇ ਕੀਤੀਆਂ, 38 ਰੈਲੀਆਂ ਕੀਤੀਆਂ ਹੋਮ ਮਿਨਿਸਟਰ ਸ਼ਾਹ ਨੇ। ਇਸ ਤੋਂ ਇਲਾਵਾ ਬੀਜੇਪੀ ਦੇ ਪ੍ਰੈਜ਼ੀਡੈਂਟ ਨੇ ਸੈਂਟਰ ਦੇ ਸਾਰੇ ਆਪਣੀ ਤਾਕਤ ਝੋਕ ਦਿੱਤੀ ਸੀ ਮਮਤਾ ਬੈਨਰਜੀ ਨੂੰ, TMC ਨੂੰ ਹਰਾਉਣ ਲਈ। ਲੇਕਿਨ ਲੋਕਾਂ ਨੇ, ਵੈਸਟ ਬੰਗਾਲ ਦੇ ਲੋਕਾਂ ਨੇ ਇਹ ਦਿਖਾ ਦਿੱਤਾ ਵੀ ਸਾਡੇ ਲਈ ਮੋਦੀ ਦੀ ਕੋਈ ਇੰਪੋਰਟੈਂਸ ਨਹੀਂ, ਮੋਦੀ ਦੀ ਕੋਈ ਸਿਗਨੀਫੀਕੈਂਸ ਨਹੀਂ, ਕਿਉਂਕਿ ਉਸ ਦਾ ਜਿਹੜਾ ਏਜੰਡਾ ਹੈ ਉਹ ਮੈਜੋਰੀਟੇਰੀਅਨਿਜ਼ਮ ਦਾ, ਹਿੰਦੂਤਵ ਦਾ ਏਜੰਡਾ, ਜਿਸ ਦੇ ਨਾਲ ਜਿਹੜਾ ਪ੍ਰੋਗਰੈਸ ਆ ਉਹ ਪੋਸੀਬਲ ਹੋ ਹੀ ਨਹੀਂ ਸਕਦੀ। ਉਹਦੇ ਵਿੱਚ ਉਹਦੀ ਜਿੱਤ ਕਿਉਂ ਹੋਈ ਆ, ਮੈਂ ਸਮਝਦਾ ਇੱਕ ਗੱਲ ਤਾਂ ਉਸ ਦਾ ਜਿਹੜਾ ਮੋਰਲ ਫਾਈਬਰ ਆ ਬਹੁਤ ਉੱਚਾ ਹੈਗਾ। ਦੇਖੋ, ਉਹ ਔਰਤ ਤਨਖਾਹ ਨਹੀਂ ਲੈਂਦੀ ਬਤੌਰ ਚੀਫ ਮਿਨਿਸਟਰ, ਉਹ ਔਰਤ ਸਰਕਾਰੀ ਗੱਡੀ ਨਹੀਂ ਇਸਤੇਮਾਲ ਕਰਦੀ, ਉਹ ਔਰਤ ਸਰਕਾਰੀ ਜਿਹੜਾ ਚੀਫ ਮਿਨਿਸਟਰ ਦਾ ਵੱਡਾ ਘਰ ਆ ਉਸ ਨੂੰ ਨਹੀਂ, ਉਹਦੇ ਵਿੱਚ ਨਹੀਂ ਰਹਿੰਦੀ, ਆਪਣੇ 2 ਕਮਰਿਆਂ ਦੇ ਵਿੱਚ ਰਹਿੰਦੀ।
7 ਵਾਰੀ ਮੈਂਬਰ ਪਾਰਲੀਮੈਂਟ ਚੁਣੀ ਗਈ ਆ, ਉਹ ਪੈਨਸ਼ਨ ਨਹੀਂ ਲੈਂਦੀ। ਦੂਸਰੇ ਮੁਕਾਬਲੇ 'ਚ ਤੁਸੀਂ ਪੰਜਾਬ ਦੇ ਚੀਫ ਮਿਨਿਸਟਰਾਂ ਦਾ ਹਾਲਤ ਦੇਖ ਲਓ। ਬਾਦਲ ਸਾਹਿਬ 5 ਵਾਰੀ MLA ਬਣੇ ਆ, ਪੈਨਸ਼ਨ ਲੈ ਰਹੇ ਆ 7-8 ਲੱਖ ਰੁਪਈਆ ਮਹੀਨੇ ਦਾ। ਉਹ ਇਸੇ ਤਰੀਕੇ ਦੇ ਨਾਲ ਉਹ ਮਤਲਬ ਬਤੌਰ ਚੀਫ ਮਿਨਿਸਟਰ ਵੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸਰਕਾਰੀ ਖਜ਼ਾਨੇ ਦੀ ਐਕਸਪਲੋਇਟੇਸ਼ਨ ਕੀਤੀ ਆਪਣੇ ਪਰਿਵਾਰ ਲਈ, ਆਪਣੇ ਆਪ ਲਈ। ਇਸੇ ਤਰੀਕੇ ਦੀ ਅਮਰਿੰਦਰ ਸਿੰਘ ਕਰ ਰਿਹਾ। ਮਤਲਬ ਅਮਰਿੰਦਰ ਸਿੰਘ ਕਿਸੇ ਕਿਸਮ ਦਾ ਰਾਜਾ। ਅੱਜ ਕਿੱਡਾ ਬੜਾ ਸੰਕਟ ਆ ਹਿਊਮੈਨਿਟੀ ਦੇ ਉੱਤੇ, ਔਰ ਕਿਸ ਤਰੀਕੇ ਨਾਲ ਲੋਕ ਮਰ ਰਹੇ ਆ, ਆਲੇ ਦੁਆਲੇ ਭੁੱਖ ਮਰੀ ਪਈ ਹੋਈ ਆ। ਉਸ ਦੇ ਵਿੱਚ ਕਿਸੇ ਦੋਨਾਂ ਦੇ ਵਿੱਚੋਂ ਦੋਨਾਂ ਬੰਦਿਆਂ ਨੇ, ਅਮਰਿੰਦਰ ਸਿੰਘ ਤੇ ਦੂਸਰੇ ਪਾਸੇ ਪ੍ਰਕਾਸ਼ ਸਿੰਘ ਬਾਦਲ, ਇੱਕ ਪੈਸਾ ਦਿੱਤਾ ਦਾਨ, ਕਿਸੇ ਬੰਦੇ ਦੀ ਹੈਲਪ ਕੀਤੀ ਆ ਜਿਹੜਾ ਵਿਚਾਰਾ ਮਰ ਰਿਹਾ ਤੜਫ ਤੜਫ ਕਰਕੇ, ਆਕਸੀਜਨ ਦੀ ਘਾਟ ਕਰਕੇ ਹਸਪਤਾਲ 'ਚ ਉਹਨੂੰ ਐਂਟਰੀ ਨਹੀਂ ਮਿਲੀ, ਗਰੀਬ ਬੰਦਿਆਂ ਨੂੰ। ਇਸੇ ਤਰੀਕੇ ਨਾਲ ਲੋਕਾਂ 'ਚ ਭੁੱਖਮਰੀ, ਅਨਐਮਪਲੋਇਮੈਂਟ ਕਿਸ ਕਿਸਮ ਦੇ ਉੱਤੇ ਜਾ ਰਹੀ ਹੈ। ਇੱਕ ਪੈਸਾ ਇਹਨਾਂ ਦੋਨਾਂ ਨੇ, ਜਿਨ੍ਹਾਂ ਨੇ ਸਾਰਾ ਪੰਜਾਬ ਨੂੰ ਲੁੱਟਿਆ, ਪੰਜਾਬ ਨੂੰ ਬਰਬਾਦ ਕੀਤਾ, ਪੰਜਾਬ ਨੂੰ ਤਬਾਹ ਕੀਤਾ। ਆਪਣੇ ਮਹਿਲ ਜ਼ਰੂਰ ਬਣਾਏ ਦੋਨਾਂ ਨੇ। ਤੋ ਮਮਤਾ ਵਾਲੇ ਕੀ ਆਉਂਦੇ ਆ, ਕਿਉਂਕਿ ਇੱਕ ਸਵਾਲ ਆ, ਬੀਜੇਪੀ ਨੇ ਫਿਰ ਵੀ 3 ਤੋਂ 100 ਦੇ ਨੇੜੇ ਆਪਣੀਆਂ ਸੀਟਾਂ ਕਰ ਲਈਆਂ ਨੇ। ਇਹ ਵੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਬੀਜੇਪੀ ਦਾ ਜਿਹੜਾ ਇਹ ਏਜੰਡੇ ਨੂੰ ਵੋਟਾਂ ਮਿਲੀਆਂ ਨੇ, ਜਾਂ ਫਿਰ ਉੱਤੇ ਕੋਈ ਮਮਤਾ ਦਾ ਵੀ ਵਿਰੋਧ ਸੀਗਾ। ਦੇਖੋ ਬੀਜੇਪੀ ਐਸੇ ਤਰੀਕੇ, ਇੱਕ ਪਲੱਸ ਪੁਆਇੰਟ ਇਹ ਵੀ ਹੈ ਕਿ 3-4% ਵੋਟ ਬੈਂਕ ਮਮਤਾ ਦਾ ਵਧਿਆ, ਉਸ ਦੀ ਘਟੀ ਆ, ਮਮਤਾ ਦੀ ਪਰਸੈਂਟੇਜ ਵਧੀ ਆ। ਤੋ ਉਹਨਾਂ ਦੀ ਕੋਈ ਅਚੀਵਮੈਂਟ ਨਹੀਂ। ਇੱਕ ਪਾਸੇ ਇੱਕ ਦੂਸਰੇ ਪਾਸੇ ਵੋਟ ਬੈਲੈਂਸ ਹੁੰਦਾ ਹੈਗਾ, ਜਿਹੜਾ ਉਸ ਨੂੰ ਇਸ ਤਰੀਕੇ ਦੇ ਨਾਲ ਥੋੜ੍ਹਾ ਬਹੁਤਾ ਬੀਜੇਪੀ ਨੂੰ ਪੈ ਗਿਆ। ਔਰ ਉਹਦੇ ਵਿੱਚ ਵੀ 30-40 ਸੀਟਾਂ 'ਤੇ ਨੈਕ ਟੂ ਨੈਕ ਰੇਸ ਆ। ਬਹੁਤ ਥੋੜ੍ਹੇ ਮਾਰਜਨ ਦੇ ਉੱਤੇ ਜਿਹੜੀ ਬੀਜੇਪੀ ਦੇ ਜਿੰਨੇ ਵੀ ਥੋੜ੍ਹੇ ਬਹੁਤੇ ਵਿਧਾਇਕ ਜਿੱਤੇ, ਉਹ ਉਸ ਮਾਰਜਨ 'ਤੇ ਜਿੱਤੇ। ਔਰ ਉਹਨਾਂ ਦੂਸਰੇ ਪਾਸੇ TMC ਦਾ ਮਾਰਜਨ ਬੜਾ ਰਿਸਪੈਕਟੇਬਲ ਹੈਗਾ। ਤੋ ਇਹ ਗੱਲ ਆਪਣੇ ਆਪ ਨੂੰ ਸੈਟਿਸਫੈਕਸ਼ਨ ਦੇਣ ਦੀ ਗੱਲ ਆ। ਹਾਰੇ ਹੋਏ ਬੰਦੇ ਦੀ ਇੱਕ ਸੈਟਿਸਫੈਕਸ਼ਨ ਹੁੰਦੀ ਹੈ, ਤੋ ਉਹ ਸੈਟਿਸਫੈਕਸ਼ਨ ਉਹ ਲੈ ਰਹੇ ਆ ਬੀਜੇਪੀ ਵਾਲੇ। ਬੀਜੇਪੀ ਨੂੰ, RSS ਨੂੰ ਬਹੁਤ ਵੱਡਾ ਧੱਕਾ ਲੱਗਿਆ, ਔਰ ਉਹਨਾਂ ਦੀ ਜਿਹੜੀ ਹਿੰਦੂਤਵ ਦੀ ਪਾਲਿਸੀ ਸੀ ਉਸ ਨੂੰ ਬਹੁਤ ਬੜਾ ਸੈਟਬੈਕ ਹੋਇਆ। ਔਰ ਅੱਜ ਦੇਖੋ ਸਾਡੇ ਪੰਜਾਬ ਦੇ ਵਿੱਚ ਕੀ ਹੋਇਆ। ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਪਾਰਟੀ ਨੂੰ ਉਹਨਾਂ ਦੇ ਹੇਠ ਲਾ ਕੇ ਬੀਜੇਪੀ ਦੇ ਨਾਲ ਅਲਾਇੰਸ ਦੇ ਵਿੱਚ ਪਾ ਕੇ ਜਿਹੜੇ ਏਜੰਡਾ ਸੀ ਅਕਾਲੀ ਦਲ ਦਾ, ਉਸ ਨੂੰ ਤੈਸ਼ ਨੈਸ਼ ਕਰ ਦਿੱਤਾ ਉਸ ਬੰਦੇ ਨੇ। ਔਰ ਇੰਨੀ ਜ਼ਿਆਦਾ ਉਹਨਾਂ ਨੂੰ ਪੋਲੀਟੀਕਲ ਮਾਈਲੇਜ ਦਿੱਤਾ ਬੀਜੇਪੀ ਨੂੰ, RSS ਨੂੰ, ਜਿਸ ਦੀ ਕੋਈ ਇੰਤਹਾ ਨਹੀਂ। ਆ ਕਿਸਾਨੀ ਅੰਦੋਲਨ ਨੇ ਉਹਨਾਂ ਨੂੰ ਥੋੜ੍ਹੀ ਬਹੁਤੀ ਠੱਲ ਪਾਈ ਆ ਪੰਜਾਬ ਦੇ ਵਿੱਚ। ਜੇ ਕਿਸਾਨੀ ਅੰਦੋਲਨ ਦਾ ਸਭ ਤੋਂ ਵੱਡਾ ਪੋਜ਼ੀਟਿਵ ਕੋਈ ਨਿਕਲ ਕੇ ਆਈ ਆ ਚੀਜ਼, ਉਹ ਇਹ ਆਈ ਆ ਕਿ ਉਹਨਾਂ ਨੇ ਬੀਜੇਪੀ ਤੇ RSS ਨੂੰ ਪੰਜਾਬ ਦੇ ਵਿੱਚ ਠੱਲ ਪਾਈ। ਇਹ ਤਾਂ ਇੱਕ ਰਿਜ਼ਲਟ ਆ ਸੰਘਰਸ਼ ਦਾ। ਤੋ ਇਸ ਕਰਕੇ ਜਿਹੜਾ ਮਤਲਬ ਬੀਜੇਪੀ ਨੂੰ ਜਿਸ ਕਿਸਮ ਦਾ ਉਹਨਾਂ ਨੇ ਬਹੁਤ ਜ਼ਿਆਦਾ ਉਹਨੂੰ ਮਾਈਲੇਜ ਦਿੱਤਾ ਸੀਗਾ ਆਪਣੀ ਕੌਸਟ ਦੇ ਉੱਤੇ, ਅਕਾਲੀ ਦਲ ਦੀ ਕੌਸਟ ਦੇ ਉੱਤੇ, ਤੋ ਇਹ ਗੱਲ ਬਹੁਤ ਜਾਣੀ ਭਿਆਨਕ ਆ ਬਾਦਲ ਦੇ ਲਈ। ਔਰ ਬਾਦਲ ਦਾ ਜਿਹੜਾ ਜੋ ਐਟੀਚਿਊਡ ਸੀ ਆਪਣੇ ਸਵਾਰਥ ਲਈ, ਬੀਜੇਪੀ ਨੂੰ ਇਸ ਤਰੀਕੇ ਨਾਲ ਵਧਾ ਚੜ੍ਹਾ ਕੇ ਉਹਨਾਂ ਨੂੰ ਆਪਣੇ ਸਿਰ ਚੜ੍ਹਾਇਆ, ਪੰਜਾਬ ਦੇ ਸਿਰ ਚੜ੍ਹਾਇਆ, ਹਾਲਾਂਕਿ ਉਹਨਾਂ ਦੀ ਇੰਨੀ ਵੱਡੀ ਔਕਾਤ ਨਹੀਂ ਸੀ। ਬਿਲਕੁਲ। ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਬਿਲਕੁਲ ਹਾਸੀਏ 'ਤੇ ਧੱਕੀ ਗਈ, ਕਾਮਰੇਡਾਂ ਦੀ ਸੋਚ ਵੀ ਇੰਨਾ ਕੰਮ ਨਹੀਂ ਕਰ ਪਾਈ। ਕੀ ਲੱਗਦਾ ਕਿ ਹੁਣ ਜਿਹੜਾ ਬੀਜੇਪੀ ਦਾ ਵਿਰੋਧ ਖੇਤਰੀ ਪਾਰਟੀਆਂ ਕਰਨਗੀਆਂ? ਦੇਖੋ ਮੈਂ ਤੁਹਾਨੂੰ ਇੱਕ ਗੱਲ ਇਹਦੇ 'ਚ ਜੋ ਮੈਂ ਸਮਝਿਆ, ਕਾਂਗਰਸ ਦੀ ਇੱਕ ਸਟ੍ਰੈਟਜੀ ਆ ਜਿਹੜੀ ਉਹ ਦੱਸ ਨਹੀਂ ਰਹੇ। ਜਿਹੜਾ ਰਾਹੁਲ ਗਾਂਧੀ ਆ ਜਾਂ ਪ੍ਰਿਯੰਕਾ ਗਾਂਧੀ ਆ, ਉਹ ਸਿਰਫ ਰਾਹੁਲ ਗਾਂਧੀ ਨੇ 2 ਰੈਲੀਆਂ ਐਡਰੈਸ ਕੀਤੀਆਂ। ਉਸ ਤੋਂ ਬਾਅਦ ਉਹਨੇ ਵਾਲੰਟਰੀਲੀ ਕਹਿਤਾ, ਲਿਆ ਤਾਂ ਕੋਵਿਡ ਦਾ ਨਾਮ ਆ ਵੀ ਮੈਂ ਹੁਣ ਕੋਈ ਰੈਲੀ। ਉਹ ਜਾਣ ਬੁੱਝ ਕੇ ਉਹਨਾਂ ਨੇ ਸਟ੍ਰੈਟਜੀ ਦੇ ਤੌਰ ਦੇ ਉੱਤੇ ਆਪਣਾ ਜਿਹੜਾ ਵੋਟ ਜਿਹੜਾ ਸੀਗਾ ਵੋਟ ਬੈਂਕ, ਉਹ ਟਰਾਂਸਫਰ ਕੀਤਾ ਇਨਡਾਇਰੈਕਟਲੀ ਟੂ ਮਮਤਾ ਬੈਨਰਜੀ। ਇਹ ਇੱਕ ਬੜੀ ਸਟ੍ਰੈਟਜੀ ਆ, ਔਰ ਉਹ ਸਟ੍ਰੈਟਜੀ ਕਾਮਯਾਬ ਹੋਈ ਆ। ਉਹਨਾਂ ਦਾ ਇਸ ਵੇਲੇ 1 ਪੁਆਇੰਟ ਏਜੰਡਾ ਕਿ ਕਿਸ ਤਰੀਕੇ ਨਾਲ ਮੋਦੀ ਤੇ ਬੀਜੇਪੀ ਤੇ RSS ਨੂੰ ਠੱਲ ਪਾਉਣੀ ਸੀ। ਔਰ ਜਿਹੜੇ ਉਹ ਬੜੇ ਮਤਲਬ ਚੜ੍ਹਦੇ ਆ ਰਹੇ ਸੀ, ਪਹਿਲੀ ਵਾਰ ਮੂੰਹ ਤੋੜ ਪੋਲੀਟੀਕਲ ਜਿਹੜਾ ਜਵਾਬ ਦਿੱਤਾ ਉਹ ਮਮਤਾ ਬੈਨਰਜੀ ਨੇ। ਔਰ ਉਸ ਵੇਲੇ ਉਸ ਕਾਂਗਰਸ ਨੂੰ, ਚਾਹੇ ਉਹਨਾਂ ਨੇ ਤਾਂ ਹਰਨਾ ਹੀ ਸੀ, ਪੋਲਰਾਈਜੇਸ਼ਨ ਹੋਈ ਸੀ TMC ਵਰਸਸ BJP। ਤੋ ਪੋਲਰਾਈਜੇਸ਼ਨ ਦੇ ਵਿੱਚ ਜੇ ਉਹ ਜ਼ੋਰ ਵੀ ਲਾਉਂਦੇ 2-4-5 ਸੀਟਾਂ ਲੈ ਜਾਂਦੇ, ਪਰ ਉਹਦਾ ਮਾਈਲੇਜ ਜਿਹੜਾ ਸੀ, ਉਹਦਾ ਜਿਹੜਾ ਐਡਵਾਂਟੇਜ ਸੀ, ਉਹ ਦੂਜੇ ਪਾਸੇ
ਬੀਜੇਪੀ ਤੇ ਆਰਐਸਐਸ ਨੂੰ ਮਿਲਣਾ ਸੀ। ਸੋ ਇਸ ਕਰਕੇ ਬੜੀ ਮੈਂ ਸਮਝਦਾ ਸਿਆਣਪ ਨਾਲ ਉਹਨਾਂ ਨੇ ਇੱਕ ਸਟ੍ਰੈਟਜੀ ਬਣਾ ਕੇ ਐਸੀ ਮਤਲਬ ਠੱਲ ਪਾਈ ਆ ਬੀਜੇਪੀ ਨੂੰ ਜਿਸ ਦੇ ਵਿੱਚ ਉਹਨਾਂ ਨੂੰ ਲੁਕਣ ਨੂੰ ਹੁਣ ਕੋਈ ਥਾਂ ਨਹੀਂ ਥਾਂ। ਕੀ ਲੱਗਦਾ ਕਿ ਜਿਹੜੀ ਇਹ ਮਮਤਾ ਦੀ ਜਿੱਤ ਹੋਈ ਹੈ, ਕਿਹਾ ਇਹ ਜਾ ਰਿਹਾ ਸੀ ਕਿ 2 ਮਈ ਤੋਂ ਬਾਅਦ ਕਿਸਾਨ ਅੰਦੋਲਨ ਦੀ ਰੂਪਰੇਖਾ ਤੈਅ ਹੋਏਗੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਬੀਜੇਪੀ ਦੇ ਜਿਹੜੇ ਮੰਤਰੀ ਨੇ ਕਿਸਾਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨਾਲ ਗੱਲ ਚਲਾਉਣਗੇ, ਕੋਈ ਅਸਰ ਹੋਏਗਾ ਕਿਸਾਨ ਅੰਦੋਲਨ ਦਾ ਪੱਛਮੀ ਬੰਗਾਲ ਦੇ ਰਿਜ਼ਲਟ ਦਾ? ਜਿਸ ਕਿਸਮ ਦਾ ਸੈਟਬੈਕ ਇਸ ਵੇਲੇ ਮੋਦੀ ਨੂੰ ਮਿਲਿਆ, ਇਹ ਮੇਰਾ ਖਿਆਲ ਆ ਪਹਿਲਾ ਉਹਦਾ ਇੱਕ ਲੈਂਡਮਾਰਕ ਆ ਜਿਸ ਦੇ ਨਾਲ ਉਹਦਾ ਡਿਕਲਾਈਨ ਸ਼ੁਰੂ ਹੋਏਗਾ। ਡਿਕਲਾਈਨ ਸ਼ੁਰੂ ਹੋ ਚੁੱਕਿਆ ਇਨ ਐਕਚੁਅਲ ਪ੍ਰੈਕਟਿਸ। ਤੋ ਇਸ ਕੰਟੈਕਸਟ ਦੇ ਵਿੱਚ ਜਿਹੜਾ ਸੰਘਰਸ਼ ਦੇ ਲੀਡਰਾਂ ਨੇ ਜਿਸ ਕਿਸਮ ਦਾ ਰੋਲ ਪਲੇ ਕੀਤਾ, ਖਾਸ ਤੌਰ 'ਤੇ ਬੰਗਾਲ ਦੇ ਵਿੱਚ, ਉਹ ਬੜਾ ਇੰਪੋਰਟੈਂਟ ਆ। ਇਹ ਕਹਿਣਾ ਇਸ ਵੇਲੇ ਮੁਸ਼ਕਿਲ ਆ ਵੀ ਕਿੰਨੇ % ਵੋਟਾਂ ਦਾ ਫਰਕ ਪਿਆ, ਪਰ ਡਿਸਾਈਡਡਲੀ ਕੁਛ ਫਰਕ ਬਹੁਤ ਜ਼ਰੂਰ ਪਿਆ ਹੋਏਗਾ। ਜਿਹੜੀ ਵੋਟ ਕੋਈ ਫਲੋਟਿੰਗ ਵੋਟ ਕਿਸਾਨਾਂ ਦੀ, ਉਹ ਲਾਜ਼ਮੀ ਤੌਰ ਦੇ ਉੱਤੇ ਦੂਸਰੇ ਪਾਸੇ ਜਾਣ ਦੀ ਬਜਾਏ ਇਹ ਮਮਤਾ ਦੇ ਹੱਕ ਵਿੱਚ ਲਾਜ਼ਮੀ ਤੌਰ 'ਤੇ ਗਈ ਹੋਏਗੀ। ਔਰ ਕਿਉਂਕਿ ਜਦੋਂ ਵੀ ਮੈਂ ਦੇਖਦਾ ਸੀ ਮੀਡੀਆ ਦੇ ਵਿੱਚ, ਕਿਸਾਨ ਜਿਹੜੇ ਸੈਗਮੈਂਟਸ ਵਾਲੇ ਲੋਕ ਸੀ ਉਹਨਾਂ ਨੂੰ ਕੋਈ ਸਵਾਲ ਕਰਦਾ ਹੀ ਸੀਗੇ ਮੀਡੀਆ ਵਾਲੇ, ਤਾਂ ਹਮੇਸ਼ਾ ਕਿਸਾਨੀ ਸੰਘਰਸ਼ ਜਿਹੜਾ ਦਿੱਲੀ ਦੇ ਆਲੇ ਦੁਆਲੇ ਚੱਲ ਰਿਹਾ ਉਸ ਦਾ ਰੈਫਰੈਂਸ ਦਿੰਦੇ ਸੀ। ਇਸ ਤੋਂ ਜ਼ਾਹਰ ਹੁੰਦਾ ਕਿ ਕਿਸਾਨੀ ਸੰਘਰਸ਼ ਦਾ ਜਿਹੜਾ ਇੰਪੈਕਟ ਹੈ ਉਹ ਆਲ ਓਵਰ ਦਾ ਕੰਟਰੀ ਪਿਆ, ਸਾਰੇ ਮੁਲਕ ਦੇ ਵਿੱਚ ਪਿਆ, ਔਰ ਉਸ ਤੋਂ ਵੱਧ ਪਏਗਾ ਜਦੋਂ ਹੁਣ ਯੂਪੀ ਦੀ ਇਲੈਕਸ਼ਨ ਆਏਗੀ, ਕਿਉਂਕਿ ਯੂਪੀ ਦੇ ਆਲੇ ਦੁਆਲੇ ਸਾਰੇ ਜਿਹੜੇ ਕਿਸਾਨ ਆ ਉਹ ਖੁੱਲ੍ਹੇ ਤੌਰ 'ਤੇ ਇਸ ਸੰਘਰਸ਼ ਦਾ ਇੱਕ ਬਹੁਤ ਬੜਾ ਪਾਰਟ ਆ। ਤੋ ਇਸ ਕਰਕੇ ਲੀਡਰਸ਼ਿਪ ਦੇ ਵਿੱਚ ਵੀ ਉਹਨਾਂ ਦੇ ਬੰਦੇ ਆ, ਟਕੈਤ ਸਾਹਿਬ ਯੂਪੀ ਦੇ ਹੀ ਬੰਦੇ ਆ ਨਾ। ਤੋ ਇਸੇ ਤਰੀਕੇ ਨਾਲ ਉੱਥੋਂ ਦੇ ਆਮ ਲੋਕ ਵੀ, ਕਿਸਾਨ ਆ ਜਿਹੜਾ ਯੂਪੀ ਦਾ, ਉਹ ਖੁੱਲ੍ਹੇ ਤੌਰ ਦੇ ਉੱਤੇ ਸੰਘਰਸ਼ ਦੇ ਵਿੱਚ ਇਨਵੋਲਵਡ ਆ। ਤੋ ਇੱਕ ਬਹੁਤ ਬੜਾ ਕਿਸਾਨਾਂ ਦਾ ਜਿਹੜਾ ਬਹੁਤ ਬੜਾ ਨੰਬਰ ਹੈ, ਬਹੁਤ ਬੜੀ ਸੈਗਮੈਂਟ ਹੈ, ਉਹ ਲਾਜ਼ਮੀ ਤੌਰ 'ਤੇ ਟੁੱਟ ਕੇ ਬੀਜੇਪੀ ਤੋਂ ਇੱਧਰਲੇ ਪਾਸੇ ਆਏਗੀ, ਦੂਜੇ ਹੋਰ ਕਿਸੇ। ਜਿਹੜਾ ਡਾਕਟਰ ਸਾਹਿਬ ਭਾਜਪਾ ਵਿਰੋਧੀ ਕਿਹਾ ਜਾ ਰਿਹਾ ਕਿ ਗੱਠਜੋੜ ਬਣੇ ਮਮਤਾ ਦੀ ਅਗਵਾਈ 'ਚ, ਜਾਂ ਕਹਿ ਲਓ ਕਿ ਬੀਜੇਪੀ ਵਿਰੋਧੀ ਤਰ੍ਹਾਂ ਇੱਕ ਹੋ ਜਾਣ, ਹੁਣ ਸੰਭਾਵਨਾ ਬਣ ਗਈ ਹੈ ਕਿ ਮਮਤਾ ਦੀ ਅਗਵਾਈ 'ਚ ਜਾਂ ਮਮਤਾ ਨੂੰ ਨਾਲ ਲੈ ਕੇ ਕੋਈ ਇਹੋ ਜਿਹਾ ਗੱਠਜੋੜ ਬਣ ਜਾਏਗਾ? ਉੱਥੇ 42 ਮੈਂਬਰ ਪਾਰਲੀਮੈਂਟ ਦੀਆਂ ਸੀਟਾਂ ਹੈਗੀਆਂ ਵੈਸਟ ਬੰਗਾਲ ਦੇ 'ਚ, ਤੋ 42 ਬਹੁਤ ਬੜਾ ਸਾਈਜ਼ੇਬਲ ਨੰਬਰ ਆ। ਇਸੇ ਤਰੀਕੇ ਨਾਲ ਜੇ ਕੁਛ ਬਹੁਤ ਵੱਡਾ ਸੈਗਮੈਂਟ ਉਹ ਯੂਪੀ ਦਾ ਤੋੜ ਦਿੰਦੇ ਆ ਤਾਂ ਉਸ ਦਾ ਵੀ ਬਹੁਤ ਬੜਾ ਫਰਕ ਪਏਗਾ। DMK ਉੱਥੇ ਮਤਲਬ ਤਾਮਿਲਨਾਡੂ ਦੇ ਵਿੱਚ ਬੜੀ ਪਾਵਰਫੁਲ ਆ। ਇਸੇ ਤਰੀਕੇ ਦੇ ਨਾਲ ਕੇਰਲਾ ਦੇ ਵਿੱਚ ਉਹਨਾਂ ਦੀ ਜਿੱਤ ਹੋਈ ਹੈ। ਕੇਰਲਾ 'ਚ ਦੋਨੇ ਪਾਰਟੀਆਂ ਬੀਜੇਪੀ ਦੇ ਖਿਲਾਫ ਆ, ਓਪੋਜੀਸ਼ਨ ਵੀ ਔਰ ਦੂਸਰੇ ਪਾਸੇ ਜਿਹੜੀ ਉੱਥੇ ਦੀ ਰੂਲਿੰਗ ਪਾਰਟੀ ਆ, ਲੈਫਟਿਸਟ ਪਾਰਟੀ। ਤੋਂ ਮੇਰਾ ਮਤਲਬ ਕਹਿਣ ਦਾ ਹੈ ਇਸ ਮੁਲਕ ਦੇ ਵਿੱਚ ਹੁਣ ਓਪੋਜੀਸ਼ਨ ਕੰਸੋਲੀਡੇਟ ਹੋ ਕੇ ਉਹਨਾਂ ਦੀ ਕੁਐਸਚਨ ਹੈ ਸਰਵਾਈਵਲ ਦਾ, ਤਾਂ ਉਹ ਸਰਵਾਈਵਲ ਦਾ ਇਹੀ ਮਤਲਬ ਉਹਦਾ ਹੋ ਸਕਦੀ ਹੈ ਸਟ੍ਰੈਟਜੀ ਕਿ ਸਾਰੇ ਇਕੱਠੇ ਹੋ ਜਾਣ, ਇੱਕ ਵਾਰੀ ਮੋਦੀ ਨੂੰ ਜਾਂ ਬੀਜੇਪੀ ਨੂੰ ਗੱਦੀਆਂ ਉਤਾਰਨ, ਉਸ ਤੋਂ ਬਾਅਦ ਜੋ ਹੋਏਗਾ ਉਸ ਦਾ ਅਗਲਾ ਚੈਪਟਰ ਸ਼ੁਰੂ ਹੋਏਗਾ। ਠੀਕ ਹੈ, ਧੰਨਵਾਦ। ਸੋ ਇਹ ਸਨ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਪੱਛਮੀ ਬੰਗਾਲ ਦੇ ਚੋਣ ਨਤੀਜਿਆਂ ਦਾ ਬੀਜੇਪੀ ਦੀ ਜੋ ਭਵਿੱਖ ਵਾਲੀ ਸਿਆਸਤ ਆ ਉਹ 'ਤੇ ਅਸਰ ਜ਼ਰੂਰ ਪਏਗਾ। ਫਿਲਹਾਲ ਬੀਜੇਪੀ ਵਿਰੋਧੀ ਸਾਰਿਆਂ ਧਿਰਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਯੂਪੀ ਦੀਆਂ ਚੋਣਾਂ ਨੇ ਉਹਨਾਂ ਦੀ ਵੀ ਇੱਕ ਮਹੱਤਤਾ ਹੈ। ਜੇਕਰ ਉੱਥੇ ਵੀ ਬੀਜੇਪੀ ਨੂੰ ਢਾਹ ਲੱਗਦੀ ਹੈ ਤਾਂ ਦੇਸ਼ ਦੀ ਰਾਜਨੀਤੀ ਹੋਰ ਪਾਸੇ ਜ਼ਰੂਰ ਜਾਏਗੀ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।